ਤੇ ਬਹੁਤ ਧੰਨਵਾਦ ਹੈ ਤੁਸੀਂ ਸਮਾਂ ਕੱਢਿਆ ਔਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਇੱਕ ਜਾਣਕਾਰੀ ਸਾਂਝੀ ਕਰਨਾ ਹੈ ਸਾਰੇ ਪੰਜਾਬ ਵਾਸੀਆਂ ਨਾਲ ਕਿ ਨਵੇਂ ਸਾਲ ਤੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਰਲੀਮੈਂਟ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਔਰ ਪਾਰਲੀਮੈਂਟ ਦੇ ਬਜਟ ਸੈਸ਼ਨ ਤੋਂ ਪਹਿਲਾਂ ਲੋਕਾਂ ਦੇ ਵਿਚਾਰ, ਲੋਕਾਂ ਦੇ ਮੁੱਦੇ, ਲੋਕਾਂ ਦੀਆਂ ਮੁਸ਼ਕਲਾਂ, ਲੋਕਾਂ ਦੀਆਂ ਭਾਵਨਾਵਾਂ, ਪੰਜਾਬੀਆਂ ਦੇ ਮਨਾਂ ਦੇ ਵਿੱਚ ਕੀ ਹੈ ਉਹਨੂੰ ਹੋਰ ਅੱਛੇ ਢੰਗ ਨਾਲ ਸਮਝਣ ਵਾਸਤੇ, ਲੱਭਣ ਵਾਸਤੇ ਔਰ ਪੰਜਾਬ ਦੇ ਹਰ ਕੋਨੇ ਤੋਂ, ਪੰਜਾਬ ਹੀ ਨਹੀਂ ਦੁਨੀਆ ਦੇ ਹਰ ਕੋਨੇ ਤੋਂ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਦੇ ਵਿਚਾਰ, ਉਹਨਾਂ ਦੇ ਸੁਝਾਅ ਲੈਣ ਵਾਸਤੇ ਔਰ ਇੱਕ ਬਿਹਤਰ ਤਾਲਮੇਲ ਜਿਹੜਾ ਆਪਣੇ ਲੋਕਾਂ ਦੇ ਨਾਲ ਕਰਨ ਵਾਸਤੇ ਇੱਕ ਵੈਬ ਪੋਰਟਲ ਜਾਰੀ ਕਰ ਰਹੇ ਅੱਜ, ਤਾਂ ਕਿ ਬਹੁਤ ਸਾਰੇ ਐਸੇ ਸੂਝਵਾਨ ਲੋਕ, ਬਹੁਤ ਸਾਰੇ ਐਸੀਆਂ ਮੁਸ਼ਕਲਾਂ ਵੱਖ-ਵੱਖ ਇਲਾਕਿਆਂ ਵਿੱਚੋਂ ਜਿਹੜੀਆਂ ਕਿ ਨਹੀਂ ਮਿਲਦੀਆਂ, ਸਮਾਂ ਲੰਘਣ ਤੋਂ ਬਾਅਦ ਪਤਾ ਚੱਲਦੀਆਂ। ਖਾਸ ਕਰਕੇ ਸਾਡੇ ਡੰਕੀ ਰੂਟ ਵਿੱਚ ਫਸੇ ਨੌਜਵਾਨਾਂ ਦੇ ਮਸਲਿਆਂ ਦੌਰਾਨ ਦੇਖਿਆ ਹੈ ਕਿ ਦੇਰ ਹੋ ਜਾਂਦੀ ਹੈ ਇਨਫੋਰਮੇਸ਼ਨ ਮਿਲਦਿਆਂ, ਤੇ ਇੱਕ ਵੈਬ ਪੋਰਟਲ ਜਿਹੜਾ ਹੈ ਉਹ ਮੈਂ ਅੱਜ ਜਾਰੀ ਕੀਤਾ ਹੈ ਔਰ ਇਸ ਵੈਬ ਪੋਰਟਲ ਨੂੰ ਜਾਰੀ ਕਰਨ ਦੇ ਪਿੱਛੇ ਭਾਵਨਾ ਇਹੀ ਹੈ ਕਿ ਡਿਜੀਟਲ ਇੰਟਰਫੇਸ ਜਿਹੜਾ ਹੈਗਾ ਉਹ ਪਬਲਿਕ ਡੋਮੇਨ ਤੇ ਮਜ਼ਬੂਤ ਕੀਤਾ ਜਾਵੇ ਔਰ ਇਸ ਵੈਬ ਪੋਰਟਲ ਦੇ ਵਿੱਚ ਮੈਂ ਆਪਣੀ ਪਰਫਾਰਮੈਂਸ ਜਿਹੜੀ ਆ ਉਹ ਵੀ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੇ-ਕਿਹੜੇ ਮੁੱਦੇ ਪਾਰਲੀਮੈਂਟ ਦੇ ਵਿੱਚ ਮੈਂ ਉਠਾਏ ਹੈ ਔਰ ਕਿਹੜੇ-ਕਿਹੜੇ ਮਸਲੇ ਜਾਂ ਕਿਹੜੀਆਂ-ਕਿਹੜੀਆਂ ਜਿਹੜੀਆਂ ਗੱਲਾਂ ਨੇ ਪੰਜਾਬ ਦੇ ਹਿੱਤ ਦੀਆਂ ਜਾਂ ਲੋਕ ਹਿੱਤ ਦੀਆਂ ਉਹ ਮੈਂ ਪਾਰਲੀਮੈਂਟ ਵਿੱਚ ਕਰ ਪਾਇਆ। ਟੂ ਵੇ ਕਮਿਊਨੀਕੇਸ਼ਨ ਵਾਸਤੇ ਪੋਰਟਲ ਜਾਰੀ ਕੀਤਾ ਹੈ ਤਾਂ ਕਿ ਮੈਂ ਆਪਣੀ ਗੱਲ ਲੋਕਾਂ ਸਾਹਮਣੇ ਰੱਖ ਸਕਾਂ ਤੇ ਲੋਕਾਂ ਦੇ ਮਸਲੇ, ਲੋਕਾਂ ਦੀਆਂ ਗੱਲਾਂ ਨੂੰ ਮੈਂ ਸਮਝ ਕੇ ਪਾਰਲੀਮੈਂਟ ਦੇ ਵਿੱਚ ਉਠਾ ਸਕਾਂ। ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮੇਰੇ 2 ਸਾਲ ਕੰਪਲੀਟ ਹੋਏ ਆ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਵਿੱਚ, ਔਰ ਇਹਨਾਂ 2 ਸਾਲਾਂ ਦੌਰਾਨ ਜਿਹੜੀ ਮੇਰੀ ਕਾਰਗੁਜ਼ਾਰੀ ਰਹੀ ਹੈ ਉਹ ਨੈਸ਼ਨਲ ਐਵਰੇਜ ਜਿਹੜੀ ਹੈਗੀ ਆ ਉੱਥੇ 97 ਕੁਐਸਚਨ ਦੀ ਹੈ ਔਰ ਮੈਂ 150 ਤੋਂ ਵੱਧ ਕੁਐਸਚਨ ਦਾ ਜਿਹੜਾ ਆਪਣਾ ਉੱਥੇ ਕਾਰਗੁਜ਼ਾਰੀ ਆ ਉਹ ਰੱਖੀ ਹੈ ਔਰ ਇਸ ਦੇ ਨਾਲ ਪਾਰਲੀਮੈਂਟ ਦੇ ਵਿੱਚ ਅਟੈਂਡੈਂਸ ਦੇ ਮਾਮਲੇ ਵਿੱਚ ਵੀ ਕੋਸ਼ਿਸ਼ ਕੀਤੀ ਹੈ ਕਿ ਪੂਰੀ ਸੁਹਿਰਦਤਾ ਤੇ ਡਿਸਿਪਲਿਨ ਦੇ ਵਿੱਚ ਰਹਿ ਕੇ ਉੱਥੇ ਦੇ ਜਿਹੜੀ ਵੀ ਬਹਿਸ ਹੋ ਰਹੀ ਹੈ ਉਸ ਦੇ ਵਿੱਚ ਹਿੱਸਾ ਲਿਆ ਜਾਵੇ ਔਰ ਉੱਥੇ ਸਮਾਂ ਆਉਣ ਤੇ ਜਿਹੜੇ ਆ ਆਪਣੇ ਲੋਕਾਂ ਦੇ ਮੁੱਦੇ ਉੱਥੇ ਚੱਕੇ ਜਾਣ। ਔਰ ਮੇਰੇ 2 ਸਾਲ ਦੇ ਵਿੱਚ 4 ਸੈਸ਼ਨ ਦੇ ਵਿੱਚ ਮੇਰੀ 100% ਰਹੀ ਹੈ ਔਰ ਬਾਕੀ ਸੈਸ਼ਨ ਦੇ ਵਿੱਚ ਵੀ ਮੇਰੀ ਹਾਜ਼ਰੀ ਜਿਹੜੀ ਹੈ ਉਹ ਨੈਸ਼ਨਲ ਐਵਰੇਜ ਤੋਂ ਉੱਪਰ ਰਹੀ ਹੈ। ਔਰ ਇਸ ਵੈਬ ਪੋਰਟਲ ਦੇ ਰਾਹੀਂ ਇੱਕ ਨਵੀਂ ਗੱਲ ਜਿਹੜੀ ਕਰਨ ਜਾ ਰਹੇ ਹਾਂ, ਕਿਉਂਕਿ ਵੈਬ ਪੋਰਟਲ ਤਾਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਸਾਡੇ ਰਾਜਨੀਤਿਕ ਆਗੂ ਉਹਨਾਂ ਦੇ ਹੈਗੇ ਨੇ, ਇਸ ਦੇ ਵਿੱਚ ਅਸੀਂ AI ਇੰਟੀਗ੍ਰੇਟ ਕਰਨ ਜਾ ਰਹੇ ਹਾਂ। AI ਇੰਟੀਗ੍ਰੇਸ਼ਨ ਵੈਬ ਪੋਰਟਲ ਜਿਹੜਾ ਹੋਏਗਾ ਉਹ ਬਿਹਤਰ ਢੰਗ ਦੇ ਨਾਲ ਰਿਸਪੌਂਸ ਕਰ ਪਾਏਗਾ, ਬਿਹਤਰ ਢੰਗ ਦੇ ਨਾਲ ਡੇਟਾ ਜਿਹੜਾ ਐਨਾਲਾਈਜ਼ ਕਰ ਪਾਏਗਾ ਔਰ ਬਿਹਤਰ ਢੰਗ ਦੇ ਨਾਲ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਪਾਵਾਂਗੇ ਔਰ ਮਲਟੀ ਲੈਂਗੁਅਲ ਉਸ ਦੇ ਵਿੱਚ ਪ੍ਰੋਵੀਜ਼ਨਸ ਹੋਣਗੇ ਕਿ ਕਿਸੇ ਵੀ ਭਾਸ਼ਾ ਵਿੱਚ ਸਾਡੇ ਦੂਰ ਦਰਾਡੇ ਦੇ ਵਿੱਚ ਜਿਹੜੇ ਸਾਡੇ ਲੋਕ ਨੇ ਉਹ ਗੱਲ ਕਰ ਸਕਦੇ ਆ। ਕੋਈ ਜਿਹੜਾ ਬਿਲਕੁਲ ਅਖੀਰ ਦੇ ਵਿੱਚ ਬੈਠਾ ਹੋਇਆ ਇਨਸਾਨ ਹੈ ਜਾਂ ਜਿਹੜਾ ਘੱਟ ਪੜ੍ਹਿਆ ਲਿਖਿਆ ਹੈ, ਅਗਰ ਉਸਨੇ ਆਪਣੀ ਗੱਲ ਕਰਨੀ ਹੈ ਤੇ ਉਸ ਨੂੰ ਕਿਤੇ ਜਾਣਾ ਨਾ ਪਵੇ ਦੂਰ ਦਰਾਡੇ, ਔਰ ਉਹ ਗੱਲ ਕਈ ਵਾਰੀ ਰੱਖ ਨਹੀਂ ਪਾਉਂਦਾ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਐਪ ਦੇ ਮਾਧਿਅਮ ਦੇ ਰਾਹੀਂ ਔਰ ਫੁੱਲੀ AI ਇੰਟੀਗ੍ਰੇਟਡ ਜਿਹੜਾ ਇਹ ਸਾਡਾ ਪੋਰਟਲ ਹੋਵੇਗਾ ਉਹ ਅਸੀਂ ਲੋਕਾਂ ਦੇ ਨਾਲ ਕਨੈਕਟ ਵਾਸਤੇ ਰੱਖੀਏ, ਜਿੱਥੇ ਟੂ ਵੇ ਕਮਿਊਨੀਕੇਸ਼ਨ ਆਪਣੀ ਗੱਲ ਦੱਸ ਸਕੀਏ, ਉਹਨਾਂ ਦੀਆਂ ਗੱਲਾਂ ਨੂੰ ਸਮਝ ਸਕੀਏ। ਔਰ ਇਸ ਦੇ ਪਿੱਛੇ ਇੰਸਪੀਰੇਸ਼ਨ ਹੈਗੀ ਆ ਡਿਜੀਟਲ ਇੰਡੀਆ ਦਾ ਮਿਸ਼ਨ ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਕਿ ਲੋਕਾਂ ਨੂੰ ਈਜ਼ ਆਫ ਡੂਇੰਗ ਬਿਜ਼ਨਸ, ਈਜ਼ ਆਫ ਲਿਵਿੰਗ ਦੇ ਵਾਸਤੇ ਔਰ ਸਿਸਟਮ ਦੇ ਵਿੱਚ ਟਰਾਂਸਪੇਰੈਂਸੀ ਲਿਆਉਣ ਦੇ ਵਾਸਤੇ, ਪਾਰਦਰਸ਼ਤਾ ਲਿਆਉਣ ਦੇ ਵਾਸਤੇ ਇੱਕ ਬਹੁਤ ਕ੍ਰਾਂਤੀਕਾਰੀ ਜਿਹੜਾ ਕਦਮ ਹੈ ਉਹ ਭਾਰਤ ਨੇ ਪਿਛਲੇ ਸਮੇਂ ਵਿੱਚ ਲਿਆ ਹੈ। ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਦੁਨੀਆ ਭਰ ਦੇ ਵਿੱਚ UPI ਦੇ ਮਾਮਲੇ ਵਿੱਚ, ਆਨਲਾਈਨ ਪੇਮੈਂਟ ਦੇ ਮਾਮਲੇ ਵਿੱਚ, ਡਿਜੀਟਲ ਪੇਮੈਂਟ ਦੇ ਮਾਮਲੇ ਵਿੱਚ ਦੁਨੀਆ ਦੇ ਵਿੱਚ ਨੰਬਰ 1 ਤੇ ਖੜਾ ਹੋਇਆ। ਤੇ ਇਸੇ ਗੱਲ ਦੀ ਜਿਹੜੀ ਇੰਸਪੀਰੇਸ਼ਨ, ਇਸੇ ਗੱਲ ਤੋਂ ਪ੍ਰਭਾਵ ਲੈ ਕੇ ਕਿ ਈਜ਼ ਆਫ ਪਬਲਿਕ ਲਾਈਫ ਜਿਹੜਾ ਹੈ, ਈਜ਼ ਆਫ ਲੋਕਾਂ ਦੇ ਮੁੱਦੇ ਸਮਝਣ ਦੇ ਵਿੱਚ ਲਿਆਉਣ ਦੇ ਵਾਸਤੇ ਇਹ ਪੋਰਟਲ ਜਾਰੀ ਕੀਤਾ। ਪੋਰਟਲ ਗੂਗਲ ਤੇ ਸਰਚ ਕਰਕੇ ਮਿਲ ਜਾਏਗਾ ਜੀ। ਇਸ ਦਾ ਜਿਹੜਾ ਡੋਮੇਨ ਹੈਗਾ ਉਹ ਤੁਹਾਡੇ ਨਾਲ ਪ੍ਰੈਸ ਰਿਲੀਜ਼ ਦੇ ਰਾਹੀਂ ਸਾਂਝਾ ਕਰ ਦਾਂਗੇ ਔਰ ਇਹ ਪੋਰਟਲ ਬੜੀ ਆਸਾਨੀ ਦੇ ਨਾਲ ਗੂਗਲ ਤੋਂ
आपके नाम से ही है? मेरे नाम से सतनाम सिंह संधू ਮੈਂਬਰ ਪਾਰਲੀਮੈਂਟ ਜਦੋਂ ਸਰਚ ਕੀਤਾ ਜਾਏਗਾ ਇਹ ਪੋਰਟਲ ਆਏਗਾ ਔਰ ਬਹੁਤ ਜਲਦੀ ਅਸੀਂ ਇੱਕ ਜਿਹੜਾ ਐਪ ਹੈ ਜਿਹੜਾ ਕਿਸੇ ਵੀ ਫੋਨ ਦੇ ਵਿੱਚ ਡਾਊਨਲੋਡ ਹੋ ਜਾਏਗਾ ਉਹ ਜਾਰੀ ਕਰਾਂਗੇ ਤਾਂ ਕਿ ਵਾਰ-ਵਾਰ ਜਿਹੜਾ ਉਹਨੂੰ ਸਰਚ ਨਾ ਕਰਨਾ ਪਵੇ। ऐप भी सर सेम नाम पे रहेगा? ਹਾਂਜੀ ऐप भी सेम नाम पे रहेगा? ਐਪ ਵੀ ਸੇਮ ਨਾਮ ਐਪ ਤਾਂ ਡਾਊਨਲੋਡ ਹੀ ਹੋ ਜਾਣਾ ਜੀ ਐਪ ਵਾਸਤੇ ਤੁਹਾਨੂੰ ਸਰਚ ਹੀ ਨਹੀਂ ਕਰਨਾ ਪੈਣਾ। ਇੱਕ ਸਰ ਜਿਸ ਤਰ੍ਹਾਂ ਪੇਂਡੂ ਇਲਾਕੇ ਵੀ ਹੈ ਪੰਜਾਬ ਦੇ ਉਹਨਾਂ ਦੀ ਗੱਲ ਕਰੀਏ ਜ਼ਿਆਦਾਤਰ ਇੰਟਰਨੈਟ ਦਾ ਇਸਤੇਮਾਲ ਨਹੀਂ ਕਰਦੇ ਉਹ ਕਿਸ ਤਰ੍ਹਾਂ ਪਹੁੰਚ ਕਰ ਸਕਦੇ ਆ ਆਪਣੀ ਸਮੱਸਿਆਵਾਂ ਨੂੰ ਲੈ ਕੇ ਉਸ ਲਈ ਵੀ ਕੋਈ ਆਪਸ਼ਨ ਤਿਆਰ ਕਰ ਰਹੇ? ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਉਪਲਬਧੀ ਸਾਡੀ ਦੇਸ਼ ਦੀ ਸਾਡੇ ਭਾਰਤ ਦੀ ਰਹੀ ਹੈ ਕਿ ਜਿਹੜਾ ਡਿਜੀਟਲ ਇਨਫਰਾਸਟ੍ਰਕਚਰ ਦੇ ਨਾਲ ਨਾਲ ਜਿਹੜਾ 5G ਕਨੈਕਟ ਹੈਗਾ ਤੁਸੀਂ ਦੇਖੋਗੇ ਕਿ 5G ਨੈਟਵਰਕ ਜਿਹੜਾ ਉਹ ਇੰਡੀਆ ਦੇ ਵਿੱਚ ਬਹੁਤ ਬਿਹਤਰ ਢੰਗ ਨਾਲ ਚੱਲ ਰਿਹਾ ਹੈ। ਇੰਟਰਨੈਟ ਕਨੈਕਟੀਵਿਟੀ ਦੀ ਕੋਈ ਦਿੱਕਤ ਹੈ ਨਹੀਂ ਲੇਕਿਨ ਫਿਰ ਵੀ ਫੋਨ ਦੇ ਮਾਧਿਅਮ ਤੋਂ ਅਸੀਂ ਹੈਲਪਲਾਈਨ ਵੀ ਦੇ ਰਹੇ ਹਾਂ ਕੋਈ ਟੈਲੀਫੋਨ ਕਰਕੇ ਦੱਸਣਾ ਚਾਹੁੰਦਾ ਟੈਲੀਫੋਨ ਕਰਕੇ ਦੱਸੇ। ਲੇਕਿਨ ਮੈਂ ਪੁਰਜ਼ੋਰ ਬੇਨਤੀ ਕਰਨਾ ਚਾਹੂੰਗਾ ਕਿ ਸਾਡੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਬਹੁਤ ਹੀ ਸੰਜੀਦਾ ਸੁਹਿਰਦ ਬੁੱਧੀਜੀਵੀ ਜਿਹੜੇ ਲੋਕ ਵਸਦੇ ਹੈ ਉਹ ਆਪਣਾ ਓਪੀਨੀਅਨ ਜ਼ਰੂਰ ਦੇਣ। ਮੁਸ਼ਕਲਾਂ ਇੱਕ ਗੱਲ ਹੈ ਲੇਕਿਨ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਅਸੀਂ ਪੰਜਾਬ ਨੂੰ ਔਕੜਾਂ ਦੇ ਵਿੱਚੋਂ ਕੱਢਣ ਦੇ ਵਾਸਤੇ ਪੰਜਾਬ ਨੂੰ ਇਸ ਮੁਸ਼ਕਲ ਸਮੇਂ ਵਿੱਚੋਂ ਕੱਢਣ ਦੇ ਵਾਸਤੇ ਕੀ ਕਰਨਾ ਚਾਹੀਦਾ ਹੈਗਾ। ਪਬਲਿਕ ਨੁਮਾਇੰਦਿਆਂ ਦੀ ਕੀ ਜ਼ਿੰਮੇਵਾਰੀ ਉਹ ਸਮਝਦੇ ਕਿ ਉਹ ਕਰਨ ਨਿਭਾਉਣ ਉਹ ਜ਼ਰੂਰ ਆਪਣੀ ਪਾਰਟਿਸਿਪੇਸ਼ਨ ਇਸ ਦੇ ਵਿੱਚ ਲੈ ਕੇ ਆਉਣ। सर 28 से बजट सेशन भी शुरू हो रहा है क्योंकि आपने बीते दिनों केंद्रीय गृह मंत्री अमित शाह से भी मुलाकात की थी पंजाब के मुद्दे उठाए थे कोई ऐसी मांगे थी जो आपने रखी है इनके समक्ष की बजट में वो लेकर आए? नहीं देखिए रेगुलर जब भी बातचीत होती है पंजाब के मुद्दे हम रखते हैं अपने नेतृत्व के सामने भारत सरकार के अलग अलग डिपार्टमेंट्स के सामने और लिस्ट ऑफ इश्यूज है जो हमने टाइम टू टाइम टेकअप किए हैं गवर्नमेंट के साथ और मुझे पूरा विश्वास है कि इस बजट सेशन में पंजाब के लिए पहले भी बहुत हुआ है अब भी बहुत अच्छा होगा। इंफ्रास्ट्रक्चर डेवलपमेंट के लिए आप देखेंगे कि पिछले सालों में लगभग 80,000 करोड़ रुपया हमारे हाईवे प्रोजेक्ट्स में पंजाब में लगा है लगभग 80,000 करोड़ रुपया। तो ऐसे ही अलग अलग क्षेत्र में अभी देखेंगे इंफ्रास्ट्रक्चर में रेलवे स्टेशन हमारे पंजाब के पूरे नए बनाए जा रहे हैं। तो चाहे वो रेलवे का इंफ्रास्ट्रक्चर है चाहे वो हमारा हाईवे का इंफ्रास्ट्रक्चर है चाहे बाकी रूरल डेवलपमेंट के काम है उसमें गवर्नमेंट ऑफ इंडिया की ओर से पंजाब को प्रायोरिटी दी जा रही है। सर आपने 2 साल कंप्लीट किया आपका एफिलिएट फंड होता है सर उसका यूटिलाइजेशन के बारे में जानकारी देंगे कितना है और आपने इस फंड के माध्यम से क्या क्या करवाया है? मेरी कोशिश रही है कि मैं एजुकेशन और माइनॉरिटीज़ के जो कंसर्न हैं खास करके यूथ के कंसर्न उसके लिए मैंने अपना एफिलिएट फंड यूटिलाइज किया है और अब मेरी कोशिश है कि मैं एक्चुअली क्या है कि अगर फंड को बहुत छोटे छोटे पार्ट में करती हूँ उसका इम्पैक्ट नहीं आ रहा है तो मेरी कोशिश है कि मैं कोई CSR कॉरपोरेट्स का साथ जोड़कर हमारी जो फार्मर की सबसे बड़ी प्रॉब्लम है फूड प्रोसेसिंग की वैल्यू एडिशन की उसके लिए कुछ सेंटर ऑफ एक्सीलेंस उस पर काम कर रहा हूँ कि कोई ऐसे सेंटर ऑफ एक्सीलेंस तैयार किए जाएं जिसमें हमारी जो एग्रीकल्चर में एक स्टैग्नेंस आई है उसको तोड़ा जा सके और कुछ नया कर पाए। कितना यूटिलाइजेशन की परसेंटेज अगर आप बता सकें कितना यूटिलाइजेशन हुआ? मेरा ख्याल अभी मेरा 20-25% के करीब होगा क्योंकि मैं उसको यूज ऐसे करना चाहता हूँ कि उसका कोई इम्पैक्ट आ पाए एक साथ एक जगह और उसमें मैं कुछ और फंड्स भी जोड़ना चाहता हूँ कि मैं CSR की फंडिंग लेके जो कॉरपोरेट पंजाब में इन्वेस्ट करना चाहते हैं तो कोई इम्पैक्टफुल काम कर पाऊँ। मैं सिर्फ गलियों नालियों पे ऐसी ऐसी जगहों पे मुझे लगता है कि मुझे नहीं करना चाहिए। बाकी आपके और भी कलीग हैं पंजाब से कैसे कंपेयर करते हैं? नहीं मेरा ख्याल है कि जितने भी पंजाब के मेंबर पार्लियामेंट हैं बहुत वाइब्रेंट हैं और मेजोरिटी जो हैं वो पंजाब की बात वहाँ रखते हैं चाहे लोकसभा है चाहे राज्यसभा है लेकिन हाँ अपना अपना थ्रस्ट एरिया होता है अपना अपना ढंग होता है बात करने का और मैं ये महसूस करता हूँ कि पंजाब के मेंबर पार्लियामेंट जो हैं वहाँ पे मेजोरिटी जो हैं मैं किसी इंडिविजुअल की बात नहीं करता हूँ वो पंजाब की बात बहुत अच्छे तरीके से रखते हैं। सर ये जो आपने वेब पोर्टल लॉन्च किया ये भारत का पहला ये कहना मेरे लिए मुश्किल होगा लेकिन देखिए वेब पोर्टल तो बहुत सारे लीडर्स के हैं लेकिन मेरा जो वेब पोर्टल बनाने का मकसद है जैसे मैंने AI की बात की है कि वो डायनेमिक होना चाहिए वो एक इंटरफेस होना चाहिए ना कि वो इन्फॉर्मेशन दे रहे हैं तो बोथ साइड इन्फॉर्मेशन देना भी है इन्फॉर्मेशन लेना भी है लोगों को समझना भी है। इवन जो AI की कैपेबिलिटीज़ हैं लोगों के सेंटीमेंट्स को एनालाइज करना लोगों के सेंटीमेंट्स को समझना
कि किस एरिया में किस तरह की, और ये डेटा एनालिटिक्स अगर अच्छे तरीके से हम इसको कर पाए तो ये बहुत प्रोडिक्टिव एनालिटिक्स भी दे सकता है कि आने वाले टाइम पे क्या इश्यूज हो सकते हैं। और हमारी कोशिश होगी कि हमारे पास जो नॉलेज हो, जो इन्फॉर्मेशन हो, चाहे चाहे वो लोगों की मुश्किलों के बारे है, चाहे वो गवर्नमेंट की ओर से आने वाली उनके लिए स्कीमों के बारे में है, वो अपने वेब पोर्टल के माध्यम से देने की कोशिश करेंगे। मतलब साहब, चंडीगढ़ में 29 तारीख को चुनाव होने जा रहा है नगर निगम का, कैसे देखते हैं आप? कल नामांकन हुए। नहीं, भारतीय जनता पार्टी का मेयर बनेगा, मुझे ऐसा पूरा विश्वास है, और आपके सामने है हालात जो है चंडीगढ़ अब के। की बार कांग्रेस और आम आदमी पार्टी गठबंधन करके नहीं लड़ रहे हैं। पहले बात बनने की बात थी, लेकिन बाद में एंड टाइम पे वो अलग अलग लड़ रहे हैं। आप कैसे देखते हैं? नहीं, मैं भी वैसे देख रहा हूँ जैसे आप लोग देख रहे हैं। ये डिसीजन तो उन पार्टियों ने लेना है और मेरे ख्याल वो ले चुके हैं। मतलब बीजेपी को फायदा होगा इससे? नहीं, चंडीगढ़ शहर को फायदा होगा इससे, चंडीगढ़ शहर को फायदा होगा, चंडीगढ़ के लोगों को फायदा होगा, चंडीगढ़ में ज़्यादा अच्छे काम हो पाएंगे और चंडीगढ़ की और अच्छे से सेवा करेंगे हमारे भारतीय जनता पार्टी के मेयर। ਸਭ ਤੋਂ ਇਲੈਕਸ਼ਨ ਈਅਰ ਹੈ ਪੰਜਾਬ ਦੇ ਵਿੱਚ, ਤੁਸੀਂ ਇਹਨੂੰ ਕਿਵੇਂ ਮੰਨਦੇ ਹੋ? ਕਿਉਂਕਿ 2027 ਦੀ ਚੋਣ ਬੜੀ ਨੇੜੇ ਹੈ ਤੇ ਭਾਜਪਾ ਨੂੰ ਕਿੱਥੇ ਖੜਾ ਮਹਿਸੂਸ ਕਰਦੇ ਹੋ ਇਸ ਵੇਲੇ? और इसमें आप कहाँ खड़े हो? आपकी भूमिका क्या होने वाली है? देखिए, मेरी भूमिका तो पार्लियामेंट में है जी, मैं अपनी भूमिका बहुत इलेक्शन अच्छे, में पंजाब में नहीं बिल्कुल, जहाँ पार्टी ड्यूटी लगाएगी वहाँ काम करेंगे, लेकिन फिलहाल जो मेरी ड्यूटी है वो पार्लियामेंट में मुझे नॉमिनेट किया गया है। मुझे पंजाब की बात भी रखनी है, मुझे एजुकेशन की पूरे देश की बात और डायस्पोरा की बात भी वहाँ रखनी है। तो मेरा अपना एक एरिया है काम करने का, मैं करता हूँ। अगर पार्टी अगर मेरी कुछ सेवा लगाएगी, ड्यूटी लगाएगी, अब भी लगाती है, तो मैं जाता हूँ पंजाब में, मैं करता हूँ अपना काम। आपको क्या लगता है कि पंजाब के अंदर जो आम आदमी, जो अकाली दल है और बीजेपी है, उनका अलायंस होना चाहिए या बीजेपी को अकेला लड़ना? देखिए, ये पार्टी के नेतृत्व ने फैसला करना है, और अब की जो मैं आपको बता रहा हूँ कि मुझे कल भी मौका मिला, मैं अलग अलग एरिया में जाकर जब लोगों से बात करता हूँ, इनफॉर्मल बात करते हूँ, तो लोगों की जो भावना है वो बड़ी स्पष्ट है कि वो पंजाब की बेहतरी के लिए बीजेपी को लाना चाहते हैं। इसमें कोई मुझे डाउट नहीं है। अब अलायंस किससे होना नहीं होना वो हमारी पार्टी की लीडरशिप तय करेगी, उसमें मेरी कोई भूमिका नहीं है। सर, केंद्रीय गृह मंत्री अमित शाह का कोई दौरा प्रस्तावित है क्या पंजाब के लिए? फरवरी में कह रहे हैं। हाँ जी, हाँ जी, हाँ जी, हमारे जो गृह मंत्री जी हैं उनका दौरा की बात हमने चर्चा में है पार्टी में, उसके लिए उनको निवेदन किया गया है। उसका समय जब भी मिलेगा वो अनाउंस कर दिया जाएगा। वो आएंगे पंजाब में, सिर्फ अमित शाह जी नहीं आएंगे, पंजाब में सारी ही लीडरशिप जो है भारतीय जनता पार्टी की जरूर आएगी, लोगों के रूबरू होंगे। सर, कल पंजाब के जो लीडर्स हैं, काफी जो सीनियर लीडर्स हैं, कल उनकी मीटिंग थी कांग्रेस के शीर्ष नेतृत्व के साथ। काफी सारी बातें आई, चन्नी जी की बयान का भी आया। इसको कैसे देखते हैं आप? क्या इससे फर्क पड़ेगा पंजाब में बीजेपी को या कांग्रेस को? नहीं, देखो, बीजेपी को किसी और की कारगुजारी से क्या फर्क पड़ना या नहीं पड़ना, मैं नहीं समझता कि उसका कोई इम्पैक्ट होगा। लेकिन भारतीय जनता पार्टी की अपनी एक विचारधारा है, भारतीय जनता पार्टी की अपनी एक लेगेसी है गवर्नेंस की, परफॉर्मेंस की, और भारतीय जनता पार्टी के काम की अपनी की क्रेडिबिलिटी है। हमारे साथ हरियाणा है, हमारे सामने उत्तर प्रदेश है। गवर्नमेंट रिपीट क्यों होती हैं? अगर लोग उनके काम को पसंद करते हैं, बार बार गवर्नमेंट को वोट करते हैं, भारतीय जनता पार्टी की सरकार बनाते हैं, इट मीन्स पंजाब के लोग भी ऐसे महसूस करते हैं कि अब पंजाब को भी फैसला लेना होगा, पंजाब के लोगों को भी अपने फ्यूचर के लिए, अपने बच्चों के फ्यूचर के लिए और पंजाब को संकट में से निकालने के लिए एक ही रास्ता है भारतीय जनता पार्टी, और मुझे लगता है कि लोग उसके लिए अपना मन बना चुके हैं। लेकिन कास्ट ਕਲੇਸ਼ ਜਿਹੜਾ ਦੇਖਣ ਨੂੰ ਮਿਲਿਆ ਕਾਂਗਰਸ ਦੇ ਵਿੱਚ, ਚੰਨੀ ਸਾਹਿਬ ਕਹਿੰਦੇ ਕਿ ਵੱਡੇ ਅਹੁਦੇ नहीं मिलते शेड्यूल कास्ट ਨੂੰ, ਉਸ ਨੂੰ ਤੁਸੀਂ किस तरह? और सर, बीजेपी पर ये आरोप लगाया जाता है कि दलितों का अपमान बीजेपी करती है, संविधान को अपनाती नहीं है, संविधान को बदलने की कोशिश करती है। ऐसे में चन्नी जी का जो घटनाक्रम हुआ है उसे आप कैसे देखते हैं? देखिए, भारतीय जनता पार्टी की सरकार में आप देखेंगे, आज तक हिस्ट्री में सबसे ज़्यादा मंत्रालय जो हैं वो दलितों और पछड़े वर्ग के लोगों को मिले हैं। आप जब भी कभी मौका मिले देखिएगा, पूरी हिस्ट्री में जितना सम्मान हमारी सरकार ने, मोदी जी की सरकार ने दलितों और पछड़े को दिया है और जितनी वेलफेयर उनकी की है, अगर आज देश में 25 करोड़ से ज़्यादा लोग गरीबी रेखा से ऊपर आ गए हैं, पॉवर्टी लाइन से ऊपर आए हैं। आप चंडीगढ़ में देखिए, मैं तो नोटिस करता हूँ कि देखने में क्या इम्पैक्ट नज़र आ रहा है। मुझे चंडीगढ़ में एक भी ह्यूमन पावर्ड रिक्शा नज़र नहीं आ रहा। आप भी चंडीगढ़ में रहते हैं, अगर आ रहा है तो बता दीजिए। अगर अपने शहर में, अपने आसपास में हम देखते हैं, चंडीगढ़ में रिक्शों की भरमार थी,
अब वो रिक्शे कहाँ गए? रिक्शे की जगह ऑटो रिक्शा आ गया, ऑटो रिक्शा की जगह कैब आ गई। वही लोग, वही हमारे जो मजदूर पछड़े बहन भाई थे, उनके जीवन में तब्दीली आई है, उनको मदद मिली है, उनको सरकार ने हेल्प की है और उनके जीवन में तब्दीली आई है। ये बहुत बड़ी चीजें सामने देखने में आ रही हैं। अब कहने की बात नहीं है। मुझे एक भी ह्यूमन पावर्ड रिक्शा ढूंढ के दिखा दीजिए। तो ये जो गरीबों का, पछड़ों का काम भारतीय जनता पार्टी नरेंद्र मोदी जी की सरकार ने किया है, उसका इम्पैक्ट अब सामने देखने को मिल रहा है। लेकिन चन्नी ਸਰ साहब ਸ਼੍ਰੋਮਣੀ ने जेड़ा ਅਕਾਲੀ अपनी ਦਲ ਦੇ पार्टी ਕਈ के ਆਗੂ ऊपर ਜਿਹੜੇ सवाल ਨੇ खड़े ਭਾਰਤੀ करते हैं ਜਨਤਾ उन्होंने ਪਾਰਟੀ ਦੇ देखते ਵਿੱਚ हो ਸ਼ਾਮਿਲ ਹੋਏ ਨੇ। ਤੁਹਾਡਾ ਕੀ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਇਹਦੇ ਨਾਲ ਮਜ਼ਬੂਤ ਹੋਈ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਹੀਂ, ਹੋਇਆ? ਸੁਭਾਵਿਕ ਹੈ ਕਿ ਜਦੋਂ ਕੋਈ ਲੋਕ ਨੁਮਾਇੰਦੇ ਜਿਹੜੇ ਹੈਗੇ ਨੇ, ਖਾਸ ਕਰਕੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਲੋਕ ਸੇਵਾ ਵਿੱਚ ਲਾਇਆ ਹੋਵੇ, ਉਹ ਕਿਸੇ ਪਾਰਟੀ ਨੂੰ ਜੁਆਇਨ ਕਰਦੇ ਆ, ਇਹ ਕਹਿਣ ਦੀਆਂ ਗੱਲਾਂ ਉਹਦੇ ਨਾਲ ਫਰਕ ਪੈਂਦਾ ਜੀ। ਬਹੁਤ ਚਰਚਾ ਹੁੰਦੀ ਹੈ, ਲੋਕ ਜੁੜਦੇ ਆ ਔਰ ਲੋਕਾਂ ਦਾ ਕੌਨਫੀਡੈਂਸ ਵੱਧਦਾ ਹੈਗਾ। ਔਰ ਮੈਂ ਸਮਝਦਾ ਕਿ ਬਹੁਤ ਇਹ ਅੱਛੀ ਸ਼ੁਰੂਆਤ ਹੈ ਔਰ ਇਹ ਸਿਰਫ ਸ਼ੁਰੂਆਤ ਹੈ। ਇਹ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਵਿੱਚ ਆਉਣਾ ਚਾਹੁੰਦੇ ਆ। कौन कौन सर आने संपर्क वाले में साल सर? में किस सर कौन से बड़े चेहरे संपर्क में हैं? कौन से बड़े चेहरे संपर्क में? देखिए, आपकी सारी खबरें आज थोड़ी बन सकती है, ये तो समय के साथ सामने आएगा जी। एक चन्नी साहब के बयान को किस तरह देखते हैं जेड़ा उन्होंने अपनी पार्टी के सवाल खड़े किए? ਨਹੀਂ, ਬਹੁਤ ਸੰਵੇਦਨਸ਼ੀਲ ਮਾਮਲਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਅਗਰ ਪਾਰਟੀ ਦੇ ਆਪਣੇ ਹੀ ਨੇਤਾ ਕਹਿ ਰਹੇ ਨੇ ਤੇ ਸੁਭਾਵਿਕ ਹੈ ਕਿ ਇਹ ਗੱਲਾਂ ਨਿਰਧਾਰਤ ਤਾਂ ਨਹੀਂ ਹੈ। ਜਾਤੀ ਆਧਾਰਿਤ ਰਾਜਨੀਤੀ ਕਾਂਗਰਸ ਦਾ ਕੋਈ ਨਵੀਂ ਗੱਲ ਨਹੀਂ ਹੈ। ਇਹ ਸ਼ੁਰੂ ਤੋਂ ਹੀ ਕਾਂਗਰਸ ਜਿਹੜੀ ਹੈ ਉਹ ਜਾਤ ਪਾਤ ਵਿੱਚ ਲੋਕਾਂ ਵਿੱਚ ਵੰਡੀਆਂ ਪਾ ਕੇ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾ ਕੇ ਕਾਂਗਰਸ ਕਰਦੀ ਰਹੀ ਹੈ ਔਰ ਇਹ ਮੰਦਭਾਗੀ ਗੱਲ ਹੈ। ਅਗਰ ਚੰਨੀ ਜੀ ਨੇ ਗੱਲ ਉਠਾਈ ਹੈ, ਮੈਂ ਸਮਝਦਾ ਕਿ ਉਹਨਾਂ ਨੇ ਜ਼ਰੂਰਤ ਕੀਤੀ ਹੈ, ਉਹਨਾਂ ਨੂੰ ਗੱਲ ਕੀਤੀ ਹੈ ਤੇ ਮੈਂ ਉਸ ਗੱਲ ਦੀ ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੁੰਦਾ। केवल ढिल्लों साहब कहते बीजेपी च आ जाओ ਅਸੀਂ ਸਵਾਗਤ ਕਰਾਂਗੇ। ਮੇਰੇ ਖਿਆਲ ਜਿਹੜੀ ਗੱਲ ਭੂਮਿਕਾ ਕੇਵਲ ਢਿੱਲੋਂ ਜੀ ਸਾਡੇ ਸੀਨੀਅਰ ਨੇਤਾ ਨੇ ਉਹ ਗੱਲ ਕਹਿ ਚੁੱਕੇ ਆ, ਮੈਂ ਉਹਨਾਂ ਦੀ ਤਾਇਦ ਕਰਦਾ। ਠੀਕ ਹੈ, ਤੁਸੀਂ ਚਾਹੁੰਦੇ ਹੋ ਚੰਨੀ ਸਾਹਿਬ ਬੀਜੇਪੀ ਚ ਆ ਜਾਣ? ਅਸੀਂ ਤਾਂ ਚਾਹੁੰਦੇ ਜੀ ਪੰਜਾਬ ਦੇ ਜਿੰਨੇ ਵੀ ਪ੍ਰਭਾਵਸ਼ਾਲੀ ਲੋਕ ਨੇ ਉਹ ਸਾਡੇ ਨਾਲ ਆਉਣ, ਜੁੜਨ। ਬੀਜੇਪੀ ਦਾ ਪਰਿਵਾਰ ਵੱਡਾ ਹੋਵੇ, ਅਸੀਂ ਤਾਂ ਚਾਹੁੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ।